ਹੈਲੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੁਖਦੀਪ ਮਾਨ, ਟੌਪਰ ਸਮੇਤ ਆਇਲਸ ਇੰਸਟੀਚਿਊਟ ਗਿੱਦੜਬਾਹਾ ਤੋਂ। ਅੱਜ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ, ਜਿਹਦੇ 'ਚ ਆਪਾਂ ਗੱਲ ਕਰਾਂਗੇ ਕਿ ਆਖਿਰ ਕਿਉਂ ਸਟੂਡੈਂਟ ਨੂੰ ਇੰਗਲਿਸ਼ ਪ੍ਰੋਪਰਲੀ ਸਮਝ ਹੀ ਨਹੀਂ ਆਉਂਦੀ ਗੀ। ਇਹਦਾ ਇੱਕੋ ਇੱਕ ਸਿੱਧਾ ਜੇ ਸਾਫ਼ ਸ਼ਬਦਾਂ 'ਚ ਜਵਾਬ ਦੇਵਾਂ ਤਾਂ ਇੰਗਲਿਸ਼ ਬੇਸ ਦਾ ਕਲੀਅਰ ਨਾ ਹੋਣਾ। ਸਟੂਡੈਂਟਸ ਡਾਇਰੈਕਟਲੀ ਆਇਲਸ ਵੱਲ ਨੂੰ ਮੂਵ ਹੋ ਜਾਂਦੇ ਆ। ਉੱਥੇ ਜਦੋਂ ਉਹਨਾਂ ਨੂੰ ਰੀਡਿੰਗ ਰਾਈਟਿੰਗ ਸਪੀਕਿੰਗ ਜਾਂ ਲਿਸਨਿੰਗ ਕਰਨੀ ਪੈਂਦੀ ਹੈ, ਕੁਝ ਪਤਾ ਨਹੀਂ ਲੱਗਦਾ ਤੇ ਸਾਰਾ ਹੀ ਕੁਝ ਉੱਪਰ ਦੀ ਟੱਪ ਜਾਂਦਾ ਹੈ। ਰੀਡਿੰਗ ਜਾਂ ਲਿਸਨਿੰਗ ਦੇ ਵਿੱਚ ਸਟੂਡੈਂਟਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਆਖਿਰ ਸਾਹਮਣੇ ਵਾਲਾ ਗੱਲ ਕਰੀ ਕੀ ਜਾਂਦਾ ਹੈ। ਜੇ ਗੱਲ ਕਰੀਏ ਸਪੀਕਿੰਗ ਜਾਂ ਰਾਈਟਿੰਗ ਦੀ, ਸਟੂਡੈਂਟਸ ਕੋਲੇ ਕਈ ਵਾਰੀ ਕੰਟੈਂਟ ਹੁੰਦਾ ਹੈ, ਆਨਸਰ ਹੁੰਦਾ ਵੀ ਹੈ ਕਿ ਮੈਂ ਕੀ ਆਨਸਰ ਦੇਣਾ, ਪਰ ਬੇਸ ਦਾ ਕਲੀਅਰ ਨਾ ਹੋਣ ਕਰਕੇ ਸਟੂਡੈਂਟ ਨੂੰ ਪਤਾ ਹੀ ਨਹੀਂ ਲੱਗ ਪਾਉਂਦਾ ਕਿ ਲਾਈਨ ਦੀ ਸਟਾਰਟਿੰਗ ਕਿਵੇਂ ਕਰਨੀ ਹੈ, ਐਂਡਿੰਗ ਕਿਵੇਂ ਕਰਨੀ ਹੈ। ਇੰਗਲਿਸ਼ ਦੇ ਵਿੱਚ ਵਿਚਾਲੜਲਾ ਪਾਰਟ ਲਾਈਨ ਦਾ ਕਿਸ ਤਰੀਕੇ ਨਾਲ ਰਹੂਗਾ, ਕਿ ਪ੍ਰੋਪਰਲੀ ਲਾਈਨ ਨੂੰ ਡਿਜ਼ਾਈਨ ਕਿਵੇਂ ਕਰਨਾ ਹੈਗਾ ਇੰਗਲਿਸ਼ ਦੇ ਵਿੱਚ। ਸੋ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਮੇਨ ਕਾਰਨ ਇੰਗਲਿਸ਼ ਦਾ ਬੇਸ, ਜਿਹਨੂੰ ਗ੍ਰਾਮਰ ਵੀ ਕਹਿੰਦੇ ਆ। ਹੁਣ ਮੇਰੀ ਇਹ ਗੱਲ ਸੁਣ ਕੇ ਬਹੁਤ ਸਾਰੇ ਸਟੂਡੈਂਟਸ ਇਹ ਵੀ ਸੋਚਣ ਲੱਗ ਗਏ ਹੋਣਗੇ ਕਿ ਸਰ ਅਸੀਂ ਤਾਂ ਗ੍ਰਾਮਰ ਦੀ ਬਹੁਤ ਟਾਈਮ ਤੱਕ ਕਲਾਸ ਵੀ ਲਾਈ ਹੈ, ਫਿਰ ਆਇਲਸ ਦੀ ਕੋਚਿੰਗ ਵੀ ਲਈ ਹੈ, ਪਰ ਫਿਰ ਵੀ ਸਾਡੀ ਇੰਗਲਿਸ਼ ਓਨੀ ਸਮੂਥ ਕਿਉਂ ਨਹੀਂ ਹੋ ਪਾਈ, ਜਾਂ ਸਾਡੇ ਬੈਂਡ ਸਕੋਰ 5 ਜਾਂ 5.5 ਜਾਂ 4.5 ਦੀ ਰੇਂਜ ਤੋਂ ਉੱਪਰ ਕਿਉਂ ਨਹੀਂ ਜਾ ਪਾ ਰਹੇ। ਸੋ ਇਹਦਾ ਵੀ ਇੱਕ ਮੇਨ ਕਾਰਨ ਹੈ। ਸਟੂਡੈਂਟਸ ਜਦੋਂ ਵੀ ਗ੍ਰਾਮਰ ਸਿੱਖਣ ਲੱਗਦੇ ਆ, ਸਿੱਖਣ ਤੋਂ ਪਹਿਲਾਂ ਹੀ ਇੱਕ ਬਹੁਤ ਵੱਡੀ ਗਲਤੀ ਕਰ ਦਿੰਦੇ ਆ, ਜਿਹਦੇ ਕਾਰਨ ਗ੍ਰਾਮਰ ਪ੍ਰੋਪਰਲੀ ਸਮਝ ਹੀ ਨਹੀਂ ਆਉਂਦੀ। ਉਹ ਸਿੱਖਦੇ ਜ਼ਰੂਰ ਹੈ, ਟਾਈਮ ਦਿੰਦੇ ਆ ਗ੍ਰਾਮਰ ਨੂੰ 2 ਤੋਂ 3 ਮਹੀਨੇ ਤੱਕ ਦਾ, ਕੁਝ 1 ਮਹੀਨੇ ਦਾ ਦਿੰਦੇ ਆ, ਜਾਂ ਕਿੰਨੇ ਵੀ ਮਰਜ਼ੀ ਟਾਈਮ ਦਾ ਦਿੰਦੇ ਆ, ਪਰ ਉਹਨਾਂ ਨੂੰ ਪ੍ਰੋਪਰਲੀ ਗ੍ਰਾਮਰ ਸਮਝ ਨਹੀਂ ਆਉਂਦੀ ਗੀ। ਉਹ ਮਾਈਂਡ ਦੇ ਵਿੱਚ ਇਹ ਸੈੱਟ ਕਰ ਲੈਂਦੇ ਕਿ ਸਾਨੂੰ ਗ੍ਰਾਮਰ ਆ ਗਈ, ਪਰ ਨਹੀਂ। ਉਸ ਜੋ ਸਟਾਰਟਿੰਗ ਦੇ ਵਿੱਚ ਇੱਕ ਮੇਨ ਗਲਤੀ ਹੋਈ ਹੁੰਦੀ ਹੈ, ਉਹ ਕਿਹੜੀ ਗਲਤੀ ਹੈ, ਜਾਂ ਇੰਗਲਿਸ਼ ਦੇ ਵਿੱਚ ਉਹ ਕਿਹੜਾ ਪਾਰਟ ਹੈ ਜੋ ਸਾਨੂੰ ਗ੍ਰਾਮਰ ਤੋਂ ਪਹਿਲਾਂ ਸਿੱਖਣਾ ਚਾਹੀਦਾ। ਸੋ ਆਓ ਗੱਲ ਕਰਦੇ ਹਾਂ ਉਸ ਮਸਲੇ ਤੇ। ਸਾਰਿਆਂ ਨੂੰ ਹੀ ਪਤਾ ਹੈ ਕਿ ਗ੍ਰਾਮਰ ਇੱਕ ਰੂਲ ਬੇਸਡ ਸਿਸਟਮ ਹੈ, ਤੇ ਸਾਰੇ ਸਟੂਡੈਂਟਸ ਹੀ ਡਾਇਰੈਕਟਲੀ ਰੂਲਸ ਨੂੰ ਸਿੱਖਣਾ ਸ਼ੁਰੂ ਕਰ ਲੈਂਦੇ ਆ ਕਿ ਐਕਟਿਵ ਦੇ ਕਿਹੜੇ ਰੂਲਸ ਹੈ, ਪੈਸਿਵ ਦੇ ਕਿਹੜੇ ਰੂਲਸ ਹੈ, ਮੋਡਾਲਸ ਦੇ ਕਿਹੜੇ ਰੂਲ ਹੈ। ਸੋ ਰੂਲ ਸਿੱਖਣ ਤੋਂ ਪਹਿਲਾਂ ਸਾਨੂੰ ਬੇਸਿਕਲੀ ਗ੍ਰਾਮਰ ਦੀਆਂ ਟਰਮਸ ਸਿੱਖਣੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਟਰਮਸ ਤੋਂ ਬਿਨਾਂ ਰੂਲ ਨੂੰ ਸਿੱਖਣਾ ਇੰਪੋਸੀਬਲ ਹੈ। ਕਿਉਂਕਿ ਰੂਲ ਦੇ ਵਿੱਚ ਜ਼ਿਆਦਾਤਰ ਕੁਝ ਅਜਿਹੇ ਵਰਡ ਵੇਖਣ ਨੂੰ ਮਿਲਦੇ ਆ, ਸਬਜੈਕਟ, ਹੈਲਪਿੰਗ ਵਰਬ, ਓਬਜੈਕਟ ਜਾਂ ਹੈਲਪਿੰਗ ਵਰਬ, ਅਜਿਹੇ ਕੁਝ ਵੀ ਵਰਡ ਵੇਖਣ ਨੂੰ ਮਿਲਦੇ ਹੈਗੇ। ਇਹ ਕਿਹੜੀ ਟਰਮ ਹੈ, ਸਬਜੈਕਟ ਹੁੰਦਾ ਕੀ ਹੈ, ਹੈਲਪਿੰਗ ਵਰਬ ਹੁੰਦਾ ਕੀ ਹੈ, ਓਬਜੈਕਟ ਹੁੰਦਾ ਕੀ ਹੈ, ਵਰਬ ਹੁੰਦਾ ਕੀ ਹੈ। ਸੋ ਅਜਿਹੇ ਵਰਡਾਂ ਦਾ ਮੀਨਿੰਗ ਕੀ ਹੈਗਾ, ਕਿਉਂ ਯੂਜ਼ ਹੁੰਦੇ ਆ, ਇਹ ਸਾਰਿਆਂ ਨਾਲੋਂ ਪਹਿਲਾਂ ਸਿੱਖਣਾ ਜ਼ਰੂਰੀ ਹੈ, ਫਿਰ ਸਾਨੂੰ ਰੂਲ ਸਿੱਖਣੇ ਚਾਹੀਦੇ ਆ। ਆਖਿਰ ਟਰਮਸ ਕਿਸ ਤਰੀਕੇ ਨਾਲ ਇਹਨੂੰ ਸਿੱਖਿਆ ਜਾ ਸਕਦਾ, ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ। ਪਹਿਲਾਂ ਟਰਮਸ ਹੁੰਦੀਆਂ ਕੀ ਹੈ, ਕਿਉਂ ਸਾਨੂੰ ਟਰਮਸ ਦੀ ਲੋੜ ਹੈ। ਜਿਵੇਂ ਇੱਕ ਕੋਈ ਵੀ ਸਟੂਡੈਂਟ ਕਾਰ ਸਿੱਖਣੀ ਚਾਹੁੰਦਾ ਫੋਰ ਐਗਜ਼ਾਮਪਲ, ਹੁਣ ਸਿਖਾਉਣ ਵਾਲਾ ਸਾਰਿਆਂ ਨਾਲੋਂ ਪਹਿਲਾਂ ਸਿੱਖਣ ਵਾਲੇ ਨੂੰ ਇਹ ਦੱਸੂਗਾ ਕਿ ਇਸ ਪਾਰਟ ਨੂੰ ਸਟੀਅਰਿੰਗ ਕਹਿੰਦੇ ਆ, ਮਤਲਬ ਕਿ ਸਟੀਅਰਿੰਗ ਇਸ ਪਾਰਟ ਦਾ ਨੇਮ ਹੈ, ਜਾਂ ਕਹਿ ਲਓ ਕਿ ਇਹ ਟਰਮ ਯੂਜ਼ ਹੁੰਦੀ ਹੈ ਕਿ ਜਦੋਂ ਵੀ ਗੱਡੀ ਮੋੜਨੀ ਹੈ ਉਦੋਂ ਇਹਨੂੰ ਇਸ ਤਰੀਕੇ ਨਾਲ ਘੁਮਾਉਣਾ ਹੈ ਜਾਂ ਇਹਨੂੰ ਇੱਧਰ ਨੂੰ ਘੁਮਾਉਣਾ ਹੈਗਾ, ਇਹ ਟਰਮ ਯੂਜ਼ ਹੁੰਦੀ ਹੈ। ਇਹਨੂੰ ਗੇਅਰ ਲੀਵਰ ਕਹਿੰਦੇ ਆ, ਜਦੋਂ ਵੀ ਗੇਅਰ ਚੇਂਜ ਕਰਨਾ ਹੈਗਾ ਉਦੋਂ ਗੇਅਰ ਲੀਵਰ ਦੀ ਵਰਤੋਂ ਹੋਊਗੀ, ਇਸ ਨੂੰ ਹੋਲਡ ਕਰਨਾ ਹੈਗਾ। ਕਲੱਚ ਦਬਾਉਣਾ ਹੈ ਤਾਂ ਇਹਨੂੰ ਦਬਾਉਣਾ ਹੈਗਾ, ਬ੍ਰੇਕ ਦਬਾਉਣਾ ਹੈ ਤਾਂ ਇਹ ਹੈ, ਜੋ ਰੇਸ ਪੈਡਲ ਹੈ ਉਹਨੂੰ ਇਹ ਹੈ। ਸੋ ਇਹ ਕਾਰ ਦੀਆਂ ਬੇਸਿਕ ਟਰਮ ਸੀਗੀਆਂ ਕਿ ਕਿਹੜੇ ਪਾਰਟ ਨੂੰ ਕੀ ਕਹਿੰਦੇ ਆ। ਸੋ ਜੇ ਆਪਾਂ ਨੂੰ ਪਾਰਟ ਦਾ ਨੇਮ ਹੀ ਨਹੀਂ ਕਲੀਅਰ ਹੋਊਗਾ, ਦੈਨ ਆਪਾਂ ਕਿਸੇ ਵੀ ਚੀਜ਼ ਨੂੰ ਸਮਝ ਨਹੀਂ ਪਾਵਾਂਗੇ। ਹੁਣ ਜੇ ਕਿਸੇ ਨੂੰ ਇਹ ਨਹੀਂ ਪਤਾ ਕਿ ਸਟੀਅਰਿੰਗ ਕਿਸ ਨੂੰ ਕਹਿੰਦੇ ਆ, ਤਾਂ ਉਹ ਡਾਇਰੈਕਟਲੀ ਕਾਰ ਚਲਾਉਣ ਲੱਗ ਗਿਆ। ਜਦੋਂ ਸਿਖਾਉਣ ਵਾਲੇ ਨੇ ਸਾਈਡ ਤੇ ਬੈਠਿਆ ਕਿਹਾ ਕਿ ਸਟੀਅਰਿੰਗ ਫੜੋ,
ਤੇ ਉਹਨੂੰ ਲੈਫਟ ਸਾਈਡ ਨੂੰ ਘੁਮਾ ਦਿਓ ਤਾਂ ਉਹਨੂੰ ਪਤਾ ਹੀ ਨਹੀਂ ਸਟੀਅਰਿੰਗ ਕਾਸ ਨੂੰ ਕਹਿੰਦੇ ਆ, ਉਹ ਭਲਾ ਗੇਅਰ ਫੜ ਕੇ ਬਹਿ ਜਾਏ ਜਾਂ ਕਲੱਚ ਦਬਾ ਦੇ ਜਾਂ ਬ੍ਰੇਕ ਦਬਾ ਦੇ, ਉਹਨੂੰ ਕੀ ਪਤਾ ਹੈਗਾ। ਸੋ ਉਸ ਸਿਚੁਏਸ਼ਨ ਦੇ ਵਿੱਚ ਜ਼ਿਆਦਾਤਰ ਕੀ ਹੋਊਗਾ ਕਿ ਉਹ ਰੋਕਣਾ ਚਾਹੂਗਾ ਜਾਂ ਮੋੜਨਾ ਚਾਹੂਗਾ ਤੇ ਕਰ ਕੁਛ ਹੋਰ ਹੀ ਦੇਊਗਾ। ਇਸੇ ਤਰੀਕੇ ਨਾਲ ਇੰਗਲਿਸ਼ 'ਚ ਹੁੰਦਾ ਹੈ, ਲਾਈਨ ਸਾਡੇ ਕੋਲੇ ਆਪਣੀ ਲੈਂਗੁਏਜ 'ਚ ਤਾਂ ਹੁੰਦੀ ਹੈ, ਪਰ ਸਾਨੂੰ ਜਦੋਂ ਟਰਮਸ ਪਤਾ ਹੀ ਨਹੀਂ ਹੁੰਦੀਆਂ, ਸੋ ਰੂਲ ਬੇਸ਼ੱਕ ਪਤਾ ਹੋਵੇ ਪਰ ਟਰਮਸ ਨਹੀਂ ਪਤਾ ਹੁੰਦੀਆਂ, ਟਰਮਸ ਨਾ ਪਤਾ ਹੋਣ ਕਰਕੇ ਲਾਈਨ ਅਸੀਂ ਬਣਾਉਣੀ ਕੁਝ ਹੋਰ ਚਾਹੁੰਦੇ ਆ ਪਰ ਬਣ ਕੁਝ ਹੋਰ ਜਾਂਦੀ ਹੈ। ਸੋ ਇਸ ਕਰਕੇ ਟਰਮਸ ਨੂੰ ਸਿੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੇ ਅਸੀਂ ਇੰਗਲਿਸ਼ ਦੇ ਰੂਲਸ ਸਿੱਖਣਾ ਚਾਹੁੰਦੇ ਆ ਜਿਹਦੇ ਨਾਲ ਲਾਈਨ ਦੀ ਸੀਕੁਐਂਸ ਬਣਦੀ ਹੈ, ਕਿ ਲਾਈਨ ਪ੍ਰੋਪਰਲੀ ਬਣ ਪਾਉਂਦੀ ਹੈ, ਕਿ ਲਾਈਨ ਦੇ ਵਿੱਚ ਪਹਿਲਾਂ ਕੀ ਰਹੂਗਾ, ਵਿਚਾਲੇ ਕੀ ਰਹੂਗਾ, ਐਂਡ ਤੇ ਕੀ ਰਹੂਗਾ। ਸੋ ਕਿਹੜੀਆਂ ਟਰਮਸ ਯੂਜ਼ ਹੁੰਦੀਆਂ ਗਿਆ ਇੰਗਲਿਸ਼ ਦੇ ਵਿੱਚ? ਜ਼ਿਆਦਾਤਰ 4 ਹੀ ਟਰਮਸ ਯੂਜ਼ ਹੁੰਦੀਆਂ, ਸਬਜੈਕਟ, ਹੈਲਪਿੰਗ ਵਰਬ, ਵਰਬ ਐਂਡ ਆਬਜੈਕਟ। ਵੈਸੇ ਤਾਂ ਕਾਫੀ ਹੋਰ ਵੀ ਟਰਮਸ ਹੈ ਜਿਵੇਂ ਐਡਜੈਕਟਿਵ, ਐਡਵਰਬ, ਕੰਜੰਕਸ਼ਨ, ਪਰ ਮੇਨਲੀ ਇਹੀ 4 ਟਰਮਸ ਯੂਜ਼ ਹੁੰਦੀਆਂ ਜਿਹੜੀਆਂ ਵਾਰੀ-ਵਾਰੀ ਸਾਨੂੰ ਰੂਲਸ ਦੇ ਵਿੱਚ ਦੇਖਣ ਨੂੰ ਮਿਲਦੀਆਂ। ਇੰਗਲਿਸ਼ ਸਿੱਖਣ ਵੇਲੇ ਸਾਨੂੰ ਰੂਲ ਸਿੱਖਣੇ ਪੈਂਦੇ ਆ ਤੇ ਰੂਲਸ ਦੇ ਵਿੱਚ ਇਹੀ ਟਰਮਸ ਮਿਲਣਗੀਆਂ। तो subject ਹੁੰਦਾ ਕੀ ਹੈ? In English grammar we use word subject to talk about the person or thing। ਕਿਸੇ ਵੀ person ਜਾਂ ਕਿਸੇ ਚੀਜ਼ ਬਾਰੇ ਜਦੋਂ ਗੱਲ ਕਰਦੇ ਆ ਜਿਹੜਾ ਕਿ ਐਕਸ਼ਨ ਨੂੰ ਐਕਚੁਅਲੀ ਕਰਦਾ ਹੈ, a person or thing that does the action। So the subject of a sentence is the person, place, thing or idea that is performing the action। ਜਿਹੜਾ ਐਕਸ਼ਨ ਨੂੰ ਪਰਫਾਰਮ ਕਰਦਾ ਹੈ ਉਸੇ ਨੂੰ ਹੀ ਸਬਜੈਕਟ ਕਹਿੰਦੇ ਆ। ਜਿਵੇਂ ਕਿ ਮੈਂ ਬੋਲ ਰਿਹਾ, ਸੋ ਮੈਂ ਬੋਲਣ ਦੀ ਕਿਰਿਆ ਕਰ ਰਿਹਾ, ਮੈਂ ਵੀ ਇੱਥੇ ਸਬਜੈਕਟ ਹੈ, ਤੁਸੀਂ ਸੁਣ ਰਹੇ ਹੋ, ਤੁਸੀਂ ਸੁਣਨ ਦੀ ਕਿਰਿਆ ਕਰ ਰਹੇ ਹੋ, ਤੁਸੀਂ ਵੀ ਇੱਕ ਸਬਜੈਕਟ ਹੋ। ਇਹ ਹੁਣ ਲੜਕਾ ਭੱਜ ਰਿਹਾ, ਇਹ ਭੱਜਣ ਦੀ ਕਿਰਿਆ ਕਰ ਰਿਹਾ, ਇਹ ਵੀ ਸਬਜੈਕਟ ਹੈ। ਮਸ਼ੀਨ ਹੈ, ਜੇ ਮਸ਼ੀਨ ਕੱਪੜੇ ਧੋਵੇ ਤਾਂ ਮਸ਼ੀਨ ਕੱਪੜੇ ਧੋਣ ਦੀ ਕਿਰਿਆ ਕਰੂਗੀ ਤਾਂ ਇਹ ਵੀ ਇੱਕ ਸਬਜੈਕਟ ਹੈ। ਬੇਸਿਕਲੀ ਜੇ ਸਿੱਧੇ ਸ਼ਬਦਾਂ 'ਚ ਅਸੀਂ ਗੱਲ ਕਰੀਏ, ਜਿਹੜੀ ਵੀ ਕੋਈ ਚੀਜ਼, ਚਾਹੇ ਉਹ ਇਨਸਾਨ ਹੈ ਚਾਹੇ ਵਸਤੂ ਹੈ, ਜਿਹੜੀ ਕਿਰਿਆ ਕਰਦੀ ਹੈ ਉਹਨੂੰ ਸਬਜੈਕਟ ਕਹਿੰਦੇ ਆ। ਸੋ ਇਹ ਨਾਉਨ ਜਾਂ ਪ੍ਰੋਨਾਉਨ ਤੋਂ ਆਉਂਦੇ ਹੈਗੇ ਸਬਜੈਕਟ। ਜਿਵੇਂ ਕਿ ਤੁਸੀਂ ਫੋਰ ਐਗਜ਼ਾਮਪਲ ਮੇਰੀ ਗੱਲ ਕਰਨੀ ਹੈ, ਮੇਰੀ ਗੱਲ ਕਰੋਗੇ ਤਾਂ ਤੁਸੀਂ ਇੱਕ ਵਾਰੀ ਕਹਿ ਦਿਓਗੇ ਕਿ ਸੁਖਦੀਪ, ਉਸ ਤੋਂ ਬਾਅਦ ਮੇਰੀ ਜਦੋਂ ਵਾਰੀ-ਵਾਰੀ ਗੱਲ ਕਰੀ ਚੱਲੋਗੇ ਤਾਂ ਉਹ ਵਰਡ ਯੂਜ਼ ਕਰੋਗੇ ਉਹ। ਇੱਥੇ ਵੀ ਸਾਰੇ ਕਿਤੇ ਸੇਮ ਹੀ ਹੈ ਵੀ ਉਹ ਵਰਡ ਯੂਜ਼ ਹੋਊਗਾ। ਜਿਵੇਂ ਕਿ ਐਗਜ਼ਾਮਪਲ ਦੇਵਾਂ ਕਿ ਸੁਖਦੀਪ ਬੋਲ ਰਿਹਾ ਹੈ, ਉਹ ਲਿਖ ਰਿਹਾ ਹੈ, ਉਹ ਪੜ੍ਹ ਰਿਹਾ ਹੈ, ਉਹ ਵੀਡੀਓ ਰਿਕਾਰਡ ਕਰ ਰਿਹਾ ਹੈ, ਉਹ ਸੁਣ ਰਿਹਾ ਹੈ। ਇੱਦਾਂ ਦਾ ਆਪਾਂ ਉਹ ਵਰਡ ਯੂਜ਼ ਕਰਦੇ ਹਾਂ। ਇਹ ਕਿਉਂ ਕਰਦੇ ਹਾਂ? ਕਿਉਂਕਿ ਸਾਨੂੰ ਵਾਰੀ-ਵਾਰੀ ਨਾਮ ਨਾ ਯੂਜ਼ ਕਰਨਾ ਪਵੇ। ਨਹੀਂ ਤਾਂ ਕੀ ਕਹਿਣਾ ਪਊਗਾ ਕਿ ਸੁਖਦੀਪ ਲਿਖ ਰਿਹਾ ਹੈ, ਸੁਖਦੀਪ ਪੜ੍ਹ ਰਿਹਾ ਹੈ, ਮੈਂ ਲਿਖ ਰਿਹਾ ਹਾਂ, ਜਾਂ ਜੋ ਵੀ ਨਾਮ ਆਪਾਂ ਜਦੋਂ ਯੂਜ਼ ਕਰਾਂਗੇ ਇਸੇ ਨੂੰ ਵਾਰੀ-ਵਾਰੀ ਨਾ ਯੂਜ਼ ਕਰਨਾ ਪਵੇ, ਇਸ ਲਈ ਇੱਕ ਸਬ ਕੈਟਾਗਰੀ ਨਾਉਨ ਵੀ ਯੂਜ਼ ਹੁੰਦਾ ਹੈਗਾ। ਸੋ ਚਾਹੇ ਤਾਂ ਇਹ ਯੂਜ਼ ਹੋ ਜੇ ਨਾਉਨ, ਚਾਹੇ ਪ੍ਰੋਨਾਉਨ ਯੂਜ਼ ਹੋ ਜੇ, ਇਹਨਾਂ ਚੋਂ ਕੋਈ ਵੀ ਯੂਜ਼ ਹੋ ਜੇ ਇਹਨੂੰ ਸਬਜੈਕਟ ਕਹਿੰਦੇ ਆ, ਕਿਉਂਕਿ ਮੇਨਲੀ ਜੋ ਕਿਰਿਆ ਕਰਨ ਵਾਲਾ ਹੈ ਉਸੇ ਨੂੰ ਸਬਜੈਕਟ ਕਹਿੰਦੇ ਹੈਗੇ। ਇਹ ਨਾਉਨ ਜਾਂ ਪ੍ਰੋਨਾਉਨ ਤੋਂ ਆਉਂਦੇ ਆ ਤੇ ਨਾਉਨ ਤੋਂ ਪ੍ਰੋਨਾਉਨ ਤੋਂ ਹੀ ਸਬਜੈਕਟ ਬਣਦਾ ਤੇ ਇਹਨਾਂ ਤੋਂ ਹੀ ਆਬਜੈਕਟ ਬਣਦਾ। ਅੱਗੇ ਇੱਕ ਟਰਮ ਆਬਜੈਕਟ ਵੀ ਆਊਗੀ। ਅੱਗੇ ਗੱਲ ਕਰਦੇ ਆ ਹੈਲਪਿੰਗ ਵਰਬ ਬਾਰੇ। ਸੋ ਨਾਮ ਤੋਂ ਹੀ ਵੈਸੇ ਤਾਂ ਕਲੀਅਰ ਹੁੰਦਾ। ਵਰਬ ਐਕਚੁਅਲੀ ਕੀ ਹੁੰਦਾ? ਵਰਬ ਹੁੰਦਾ ਕਿਰਿਆ, ਕੋਈ ਵੀ ਕਿਰਿਆ, ਜਿਵੇਂ ਖਾਣ ਦੀ ਕਿਰਿਆ, ਬੋਲਣ ਦੀ ਕਿਰਿਆ, ਸੁਣਨ ਦੀ ਕਿਰਿਆ, ਪਹਿਨਣ ਦੀ ਕਿਰਿਆ, ਤੇ ਜੋ ਵਰਡ ਇਹਦੀ ਹੈਲਪ ਕਰਦਾ, ਮੇਨ ਕਿਰਿਆ ਦੀ ਜਿਹੜੇ ਵਰਡ ਹੈਲਪ ਕਰਦਾ ਉਹਨੂੰ ਹੈਲਪਿੰਗ ਵਰਬ ਕਹਿ ਦਿੰਦੇ ਆ। ਜਿਵੇਂ ਕਿ ਇੱਥੇ ਲਿਖਿਆ in English grammar a helping verb is a verb that comes before the main verb। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਮੇਨ ਵਰਬ, ਜਿਹੜਾ ਮੇਨ ਵਰਬ ਹੈ ਉਹ ਤੋਂ ਪਹਿਲਾਂ ਆਉਂਦਾ ਹੈ ਹੈਲਪਿੰਗ ਵਰਬ। ਜਿਵੇਂ ਕਿ ਇੱਥੇ ਇੱਕ ਡਾਇਗਰਾਮ 'ਚ ਵੀ ਆਪਾਂ ਦੇਖ ਪਾ ਰਹੇ ਹਾਂ ਕਿ ਹੈਲਪਿੰਗ ਵਰਬ ਪਹਿਲਾਂ ਉੱਪਰ ਹੈ, ਨੀਚੇ ਵਰਬ ਹੈ। ਇਹਨੂੰ ਸਪੋਜ਼ ਕਰ ਲਓ ਕਿ ਇਹ ਉੱਪਰ ਹੈਲਪਿੰਗ ਵਰਬ ਹੈ, ਇਹ ਵਰਬ ਹੈ। ਹੈਲਪਿੰਗ ਵਰਬ ਇਹਦੀ ਮਦਦ ਕਰ ਰਿਹਾ ਹੈ, ਪਹਿਲਾਂ ਹੀ ਕੋਠੇ ਤੇ ਚੜਿਆ ਹੋਇਆ, ਸੋ ਇਹਨੂੰ ਉੱਪਰ ਖਿੱਚਣ ਲਈ ਇਹ ਮਦਦ ਕਰ ਰਿਹਾ ਵਰਬ ਦੀ।
ਜੋ ਮਦਦ ਕਰਨ ਵਾਲਾ ਵਰਬ ਦੀ ਉਹਨੂੰ ਹੈਲਪਿੰਗ ਵਰਬ ਕਹਿ ਦਿੰਦੇ ਹੈਗੇ। ਇਹ ਵੀ ਟਰਮ ਯੂਜ਼ ਹੁੰਦੀ ਹੈ ਇੰਗਲਿਸ਼ ਦੇ ਵਿੱਚ। ਤੇ ਹੈਲਪਿੰਗ ਵਰਬ ਹੁੰਦੇ ਕਿਹੜੇ ਕਿਹੜੇ ਹੈ? ਇਸ them are has, have, was, were, had, well and shall। ਅੱਜ ਦੇ ਟਾਈਮ ਦੇ ਵਿੱਚ shall ਦੀ ਯੂਜ਼ਿੰਗ ਕਾਫੀ ਘਟ ਗਈ ਹੈ। ਅੱਜ ਦੇ ਟਾਈਮ ਦੇ ਵਿੱਚ ਕੱਲਾ will ਹੀ ਯੂਜ਼ ਹੁੰਦਾ ਹੈ। shall ਪਹਿਲਾਂ ਪੁਰਾਣੇ ਸਮੇਂ 'ਚ I ਐਂਡ we ਦੇ ਨਾਲ shall ਦੀ ਯੂਜ਼ਿੰਗ ਹੁੰਦੀ ਸੀਗੀ, ਪਰ ਅੱਜ ਕੱਲ ਨਹੀਂ ਹੁੰਦੀ। ਸੋ ਇਹਦੇ ਚੋਂ ਕਿਹੜਾ ਹੈਲਪਿੰਗ ਵਰਬ ਅਸੀਂ ਕਾਹਦੇ ਨਾਲ ਯੂਜ਼ ਕਰਨਾ ਹੈ, ਇਹ ਸਾਨੂੰ ਰੂਲ ਗਾਈਡ ਕਰੂਗਾ, ਜੋ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਲਵਾਂਗੇ ਕਿ ਕਿਸ ਤਰੀਕੇ ਨਾਲ ਅਸੀਂ ਕਿਹੜੇ ਹੈਲਪਿੰਗ ਵਰਬ ਨੂੰ, ਕਿਹੜੇ ਸਬਜੈਕਟ ਨੂੰ ਕਿਸ ਤਰੀਕੇ ਨਾਲ ਯੂਜ਼ ਕਰਨਾ ਹੈ, ਤਾਂ ਜੋ ਲਾਈਨ ਇੱਕ ਸੀਕੁਐਂਸ 'ਚ ਬਣ ਪਾਵੇ, ਉਹਦਾ ਇੱਕ ਮੀਨਿੰਗ ਬਣੇ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਵਰਬ ਦੀ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਵਰਬ ਹੁੰਦੀ ਹੈ ਕਿਰਿਆ। ਸੋ ਕਿਰਿਆ ਨੂੰ ਦਰਸਾਉਣ ਲਈ ਆਪਾਂ ਜਦੋਂ ਲਿਖਦੇ ਜਾਂ ਬੋਲਦੇ ਜਾਂ ਸੁਣਦੇ ਆ ਤਾਂ ਉਦੋਂ ਇੱਕ ਜਿਹੜਾ ਵਰਡ ਯੂਜ਼ ਹੁੰਦਾ, ਜਿਵੇਂ ਪਹਿਨਣਾ ਹੈ, ਬੋਲਣਾ ਹੈ, ਸੁਣਨਾ ਹੈ, ਲਿਖਣਾ ਹੈ। ਇਹਦੇ ਲਈ ਕਿਰਿਆ ਜਿਹੜੀ, ਇਸ ਲਈ ਇੱਕ ਆਪਾਂ ਜਿਹੜਾ ਵਰਡ ਯੂਜ਼ ਕਰਦੇ ਆ ਉਹਨੂੰ ਵਰਬ ਕਹਿੰਦੇ ਆ। A verb is a kind of word that tells about an action। Action ਮਤਲਬ ਕਿਰਿਆ। ਕਿਰਿਆ ਬਾਰੇ ਜਿਹੜਾ ਵਰਡ ਦੱਸਦਾ ਸਾਨੂੰ, ਉਸੇ ਨੂੰ ਵਰਬ ਕਹਿੰਦੇ ਹੈਗੇ। ਇਹ ਕਿਸ ਤਰੀਕੇ ਦੇ ਹੋ ਸਕਦੇ ਆ? ਜਿਵੇਂ do, come, go, see, give, take, make, send, say, get, wash। ਮਤਲਬ ਧੋਣਾ, ਪ੍ਰਾਪਤ ਕਰਨਾ, ਸੈਂਡ ਕਰਨਾ, ਜਾਣਾ, ਆਉਣਾ, ਖਾਣਾ, ਪੀਣਾ, ਇਹ ਸਾਰੀਆਂ ਕਿਰਿਆਵਾਂ ਹੈ। ਇਸ ਤੋਂ ਅੱਗੇ ਆਬਜੈਕਟ। ਆਬਜੈਕਟ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤਾ ਸੀ ਕਿ ਨਾਊਨ ਐਂਡ ਪ੍ਰੋਨਾਊਨ, ਇਹਨਾਂ ਤੋਂ ਦੋ ਚੀਜ਼ਾਂ ਨਿਕਲ ਕੇ ਆਈਆਂ ਸੀਗੀਆਂ, ਇੱਕ ਤਾਂ ਸਬਜੈਕਟ ਤੇ ਇਸੇ ਤੋਂ ਹੀ ਆਬਜੈਕਟ। ਹੁਣ ਇੱਥੇ ਪਹਿਲਾਂ ਆਪਾਂ ਸਬਜੈਕਟ ਦੀ ਗੱਲ ਕਰ ਚੁੱਕੇ ਹਾਂ, ਇੱਥੇ ਆਬਜੈਕਟ ਦੀ ਗੱਲ ਕਰਾਂਗੇ। ਜਨਰਲੀ ਵੀ ਯੂਜ਼ ਦਾ ਵਰਡ ਆਬਜੈਕਟ ਟੂ ਟਾਕ ਅਬਾਊਟ ਦ ਥਿੰਗ ਔਰ ਪਰਸਨ that the action is done to। ਜਿਸ ਵੱਲ ਨੂੰ ਐਕਸ਼ਨ ਹੁੰਦਾ ਹੈ ਜਾਂ ਜਿਹੜਾ ਰਿਸੀਵ ਕਰਦਾ ਹੈਗਾ, ਉਸ ਨੂੰ ਆਬਜੈਕਟ ਕਹਿੰਦੇ ਆ। ਆਬਜੈਕਟ ਵੀ ਸਬਜੈਕਟ ਦੀ ਤਰ੍ਹਾਂ ਕੋਈ ਪਰਸਨ ਹੋ ਸਕਦਾ ਹੈ, ਕੋਈ ਥਿੰਗ ਹੋ ਸਕਦਾ ਹੈ, ਕਿਉਂਕਿ ਇਹ ਵੀ ਨਾਊਨ ਜਾਂ ਪ੍ਰਨਾਊਨ ਤੋਂ ਹੀ ਬਣਿਆ। ਜਿਵੇਂ ਸਬਜੈਕਟ ਸੀ ਕਿਸੇ ਵੀ ਚੀਜ਼ ਤੋਂ, ਜਾਂ ਕੋਈ ਚੀਜ਼ ਹੋ ਸਕਦੀ ਹੈ, ਜਾਂ ਕੋਈ ਨਾਮ ਹੋ ਸਕਦਾ, ਕੋਈ ਪਰਸਨ ਹੋ ਸਕਦਾ ਹੈਗਾ, ਉਵੇਂ ਹੀ ਆਬਜੈਕਟ ਵੀ ਨਾਊਨ ਤੇ ਪ੍ਰੋਨਾਊਨ ਤੋਂ ਬਣਿਆ। ਤੇ ਇਹ ਵੀ ਕੋਈ ਚੀਜ਼ ਵੀ ਹੋ ਸਕਦੀ ਹੈ, ਵਸਤੂ ਜਾਂ ਪਰਸਨ ਵੀ ਹੋ ਸਕਦਾ ਹੈਗਾ। ਤੇ ਆਬਜੈਕਟ ਕੀ ਹੁੰਦਾ ਹੈਗਾ, ਸਾਨੂੰ ਕਿਵੇਂ ਪਤਾ ਲੱਗੂਗਾ ਕਿ ਫਿਰ ਸਬਜੈਕਟ ਕਿਹੜਾ ਤੇ ਆਬਜੈਕਟ ਕਿਹੜਾ? ਜਿਹੜਾ ਕਿਰਿਆ ਕਰਦਾ ਉਹ ਸਬਜੈਕਟ ਹੈ, ਜਿਹੜਾ ਰਿਸੀਵ ਕਰਦਾ ਜਾਂ ਜਿਹਦੇ ਵੱਲ ਨੂੰ ਕਿਰਿਆ ਹੁੰਦੀ ਹੈ ਉਹ ਆਬਜੈਕਟ ਹੈ। ਜਿਵੇਂ ਕਿ ਇੱਥੇ ਡਨ ਟੂ, ਜਿਹਦੇ ਵੱਲ ਨੂੰ, ਤੇ ਜਾਂ ਜਿਹੜਾ ਰਿਸੀਵ ਕਰਦਾ। ਸੋ ਐਗਜ਼ਾਮਪਲ ਇਹਦੀ ਕੀ ਹੋ ਸਕਦੀ ਹੈ? ਜਿਵੇਂ ਸਕੂਲ, ਸ਼ਰਟ, ਕੇਕ, ਕਾਰ, ਟਰੈਕਟਰ। ਆਈ ਡਰਾਈਵ ਟਰੈਕਟਰ, ਆਈ ਗੋ ਟੂ ਸਕੂਲ। ਹੁਣ ਆਈ ਹੈ, ਇਹ ਪ੍ਰੋਨਾਊਨ ਹੈ ਇੱਕ। ਸੋ ਇਹ ਸਬਜੈਕਟ ਹੈ, ਜੇ ਸਕੂਲ ਨੂੰ ਆਪਾਂ ਐਂਡ ਤੇ ਯੂਜ਼ ਕਰਾਂਗੇ ਤਾਂ ਉਹ ਆਬਜੈਕਟ ਬਣ ਜਾਊਗਾ। ਸੋ ਇਹ ਕਿਸ ਤਰੀਕੇ ਨਾਲ ਅਸੀਂ ਇਹਨੂੰ ਆਬਜੈਕਟ ਮੰਨੀਏ ਜਾਂ ਸਬਜੈਕਟ ਮੰਨੀਏ, ਇਹ ਸਾਨੂੰ ਰੂਲ ਗਾਈਡ ਕਰੂਗਾ, ਜੋ ਗ੍ਰਾਮਰ ਦੇ ਵਿੱਚ ਅਸੀਂ ਅੱਗੇ ਜਾ ਕੇ ਸਿੱਖਾਂਗੇ। ਪਰ ਇੱਥੇ ਆਪਾਂ ਗੱਲ ਕਰ ਰਹੇ ਹਾਂ ਕਿ ਸਬਜੈਕਟ ਕੀ ਹੈ, ਆਬਜੈਕਟ ਕੀ ਹੈ, ਵਰਬ ਕੀ ਹੈ, ਹੈਲਪਿੰਗ ਵਰਬ ਕੀ ਹੈ। ਸੋ ਸਬਜੈਕਟ ਤੇ ਆਬਜੈਕਟ ਤਾਂ ਨਾਊਨ ਤੇ ਪ੍ਰੋਨਾਊਨ ਤੋਂ ਆਉਂਦੇ ਆ। ਇਹ ਕੋਈ ਵੀ ਵਸਤੂ ਹੋ ਸਕਦੀ ਹੈ ਜਾਂ ਪਰਸਨ ਵੀ ਹੋ ਸਕਦਾ ਹੈ, ਇਨਸਾਨ। ਜੋ ਕਿਰਿਆ ਕਰਦਾ ਉਹ ਸਬਜੈਕਟ ਹੈ, ਜੋ ਰਿਸੀਵ ਕਰਦਾ ਜਾਂ ਜਿਹਦੇ ਵੱਲ ਨੂੰ ਹੁੰਦੀ ਹੈ ਉਹ ਆਬਜੈਕਟ ਹੈ। ਕਿਰਿਆ ਨੂੰ ਵਰਬ ਕਹਿੰਦੇ ਆ ਤੇ ਕਿਰਿਆ ਦੀ ਮਦਦ ਕਰਨ ਵਾਲੇ ਵਰਡ ਨੂੰ ਹੈਲਪਿੰਗ ਵਰਬ ਕਹਿੰਦੇ ਆ। ਇਹੀ ਟਰਮਸ ਵਾਰੀ-ਵਾਰੀ ਸਾਨੂੰ ਰੂਲ ਦੇ ਵਿੱਚ ਵੇਖਣ ਨੂੰ ਮਿਲਣਗੀਆਂ ਜੇ ਅਸੀਂ ਇੰਗਲਿਸ਼ ਦੇ ਰੂਲ ਸਿੱਖਣਾ ਚਾਹੁੰਦੇ ਹਾਂ। ਸੋ ਅੱਗੇ ਆਪਾਂ ਗੱਲ ਕਰਾਂਗੇ ਕਿ ਇਹਨਾਂ ਟਰਮਸ ਦੀ ਇੰਗਲਿਸ਼ ਦੇ ਵਿੱਚ ਯੂਜ਼ਿੰਗ ਕਿਵੇਂ ਹੁੰਦੀ ਹੈ, ਤਾਂ ਜੋ ਇੱਕ ਸੀਕੁਐਂਸ ਦੇ ਵਿੱਚ ਲਾਈਨ ਨੂੰ ਡਿਜ਼ਾਈਨ ਕੀਤਾ ਜਾ ਸਕੇ, ਜਿਹਦਾ ਇੱਕ ਪ੍ਰੋਪਰਲੀ ਮੀਨਿੰਗ ਬਣੇ। ਕੀ ਹੁੰਦਾ ਹੈ ਕਿ ਸਾਨੂੰ ਜਦੋਂ ਅਸੀਂ ਇੰਗਲਿਸ਼ ਬੋਲਣ ਲੱਗਦੇ ਹਾਂ, ਸਾਨੂੰ ਪਤਾ ਹੀ ਨਹੀਂ ਹੁੰਦਾ ਕਿਹੜਾ ਵਰਡ ਸਟਾਰਟਿੰਗ 'ਚ ਰੱਖਣਾ, ਕਿਹੜਾ ਵਿਚਾਲੇ ਰੱਖਣਾ, ਕਿਹੜਾ ਐਂਡ ਤੇ ਰੱਖਣਾ। ਸੋ ਇਹ ਸਾਨੂੰ ਰੂਲ ਪ੍ਰੋਪਰਲੀ ਗਾਈਡ ਕਰੂਗਾ। ਸੋ ਅਗਲੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਕਿ ਕਿਸ ਤਰੀਕੇ ਨਾਲ ਸੀਕੁਐਂਸ ਬਣਾਉਣੀ ਹੈ। ਸੋ ਤਦ ਤੱਕ ਲਈ ਸਤਿ ਸ਼੍ਰੀ ਅਕਾਲ।